ਹੈਲੋ ਦੋਸਤੋ ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਆ। ਤਾਂ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਆਪਾਂ ਮੌਕ ਟੈਸਟ 2 ਡਿਸਕਸ ਕਰਨ ਜਾ ਰਹੇ ਹਾਂ। ਤਾਂ ਮੌਕ ਟੈਸਟ 2 ਦੇ ਵਿੱਚ ਜਿੰਨੇ ਵੀ ਆਪਾਂ ਕੁਐਸਚਨ ਡਿਸਕਸ ਕਰਾਂਗੇ ਸਾਰੇ ਹੀ ਚਾਈਲਡ ਰਾਈਟ ਦੇ ਕੁਐਸਚਨ ਹੋਣਗੇ ਤੇ ਬੜੇ ਇੰਪੋਰਟੈਂਟ ਕੁਐਸਚਨ ਇੱਥੇ ਮੈਂ ਸਿਲੈਕਟ ਕੀਤੇ ਨੇ ਜੋ ਕਿ ਅਲੱਗ-ਅਲੱਗ ਐਗਜ਼ਾਮਸ ਦੇ ਵਿੱਚ ਆਉਂਦੇ ਨੇ। ਤਾਂ ਜੇਕਰ ਤੁਸੀਂ ਪੀਪੀਐਸਸੀ ਦੇ ਪ੍ਰਿੰਸੀਪਲ ਹੈਡਮਾਸਟਰ ਅਤੇ ਬੀਪੀਓ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਪੰਜਾਬ ਪੀਸੀਐਸ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਜੋ ਵੀਡੀਓ ਲੈਸਨ ਆ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ। ਤਾਂ ਹੁਣ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਪਹਿਲਾ ਕੁਐਸਚਨ ਵੇਖਦੇ ਹਾਂ। ਤਾਂ ਪਹਿਲਾ ਕੁਐਸਚਨ ਜੋ ਆਪਾਂ ਨੂੰ ਅਸਰਸ਼ਨ ਐਂਡ ਰੀਜ਼ਨ ਦਾ ਦਿੱਤਾ ਹੋਇਆ ਤੇ ਇਹ ਜੋ ਕੁਐਸਚਨ ਹੈ ਤੁਹਾਨੂੰ ਸੋਲਵ ਕਰਨਾ ਆਉਂਦਾ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਰਸ਼ਨ ਐਂਡ ਰੀਜ਼ਨ ਦਾ ਕੁਐਸਚਨ ਆਪਾਂ ਕਿੱਦਾਂ ਸੋਲਵ ਕਰਦੇ ਹਾਂ। ਤੇ ਮੈਂ ਪੂਰੀ ਉਮੀਦ ਕਰਦਾ ਕਿ ਇਹਦਾ ਜੋ ਰਾਈਟ ਆਨਸਰ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿੱਤਾ ਹੋਊਗਾ। ਤਾਂ ਹੁਣ ਆਪਾਂ ਇਹ ਜੋ ਕੁਐਸਚਨ ਹੈ ਇਸ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ। ਤਾਂ ਅਸਰਸ਼ਨ ਐਂਡ ਰੀਜ਼ਨ ਜੋ ਹੁੰਦਾ ਇਸ ਦੇ ਵਿੱਚ ਆਪਾਂ ਨੂੰ ਦੋ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਹੁੰਦੀਆਂ। ਪਹਿਲੀ ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਜਾਂਦੀ ਹੈ ਉਸ ਦਾ ਰੀਜ਼ਨ ਆਪਾਂ ਨੂੰ ਦੂਜੀ ਸਟੇਟਮੈਂਟ ਦੇ ਵਿੱਚ ਦਿੱਤਾ ਜਾਂਦਾ ਹੈ। ਤਾਂ ਸਭ ਤੋਂ ਜੋ ਪਹਿਲਾ ਸਟੈਪ ਹੁੰਦਾ ਇਸ ਕੁਐਸਚਨ ਨੂੰ ਸੋਲਵ ਕਰਨ ਲਈ ਉਹ ਇਹ ਚੈੱਕ ਕਰਨਾ ਹੁੰਦਾ ਹੈ ਕਿ ਆਪਾਂ ਨੂੰ ਜੋ ਅਸਰਸ਼ਨ ਦਿੱਤਾ ਹੈ ਅਤੇ ਜੋ ਰੀਜ਼ਨ ਦਿੱਤਾ ਹੈ ਕਿ ਉਹ ਟਰੂ ਦਿੱਤੇ ਨੇ ਜਾਂ ਫਿਰ ਫਾਲਸ ਦਿੱਤੇ ਨੇ। ਠੀਕ ਹੈ, ਤਾਂ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਜਾਂ ਤਾਂ ਇੱਕ ਸਟੇਟਮੈਂਟ ਟਰੂ ਦਿੱਤੀ ਹੁੰਦੀ ਹੈ ਜਾਂ ਫਿਰ ਆਪਾਂ ਨੂੰ ਦੋਵੇਂ ਹੀ ਸਟੇਟਮੈਂਟਾਂ ਜੋ ਹੁੰਦੀਆਂ ਉਹ ਟਰੂ ਦਿੱਤੀਆਂ ਹੁੰਦੀਆਂ। ਠੀਕ ਹੈ, ਇਦਾਂ ਨਹੀਂ ਹੁੰਦਾ ਕਿ ਆਪਾਂ ਨੂੰ ਦੋਵੇਂ ਹੀ ਸਟੇਟਮੈਂਟਾਂ ਜੋ ਨੇ ਉਹ ਫਾਲਸ ਦੇ ਦੇਣ। ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਵੀ ਆਪਾਂ ਨੂੰ ਅਸਰਸ਼ਨ ਕੀ ਦਿੱਤਾ, ਫਾਲਸ ਦਿੱਤਾ, ਤਾਂ ਆਪਾਂ ਨੂੰ ਰੀਜ਼ਨ ਨੂੰ ਚੈੱਕ ਕਰਨ ਦੀ ਲੋੜ ਨਹੀਂ, ਯਕੀਨਨ ਇੱਥੇ ਰੀਜ਼ਨ ਕੀ ਹੋਊਗਾ ਉਹ ਟਰੂ ਹੋਊਗਾ। ਠੀਕ ਹੈ, ਹੋ ਸਕਦਾ ਹੈ ਕਿ ਆਪਾਂ ਨੂੰ ਰੀਜ਼ਨ ਕੀ ਦਿੱਤਾ ਹੋਵੇ, ਫਾਲਸ ਦਿੱਤਾ ਹੋਵੇ, ਤਾਂ ਉਸ ਵੇਲੇ ਆਪਾਂ ਨੂੰ ਅਸਰਸ਼ਨ ਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ ਵੀ ਆਪਾਂ ਨੂੰ ਟਰੂ ਦਿੱਤਾ ਜਾਂ ਫਾਲਸ ਦਿੱਤਾ ਹੈ। ਯਕੀਨਨ ਆਪਣਾ ਜੋ ਅਸਰਸ਼ਨ ਹੋਊਗਾ ਉਹ ਕੀ ਹੋਊਗਾ, ਟਰੂ ਹੋਊਗਾ। ਮੰਨ ਲਓ ਵੀ ਜੇਕਰ ਆਪਣਾ ਅਸਰਸ਼ਨ ਟਰੂ ਹੈ ਤੇ ਆਪਣਾ ਜੋ ਰੀਜ਼ਨ ਹੈ ਉਹ ਫਾਲਸ ਹੈ, ਤਾਂ ਆਪਾਂ ਕਿਹੜੀ ਜੋ ਆਪਸ਼ਨ ਹੈ ਉਸ ਨੂੰ ਸਿਲੈਕਟ ਕਰਾਂਗੇ। ਤਾਂ ਆਪਾਂ ਇੱਥੇ ਜੋ ਆਪਾਂ ਨੂੰ ਆਪਸ਼ਨ ਨੰਬਰ ਸੀ ਦਿੱਤੀ ਆਪਾਂ ਇਸ ਨੂੰ ਸਿਲੈਕਟ ਕਰਾਂਗੇ। ਜੇਕਰ ਆਪਾਂ ਨੂੰ ਦਿੱਤਾ ਜਾਂਦਾ ਹੈ ਕਿ ਆਪਣਾ ਜੋ ਅਸਰਸ਼ਨ ਹੈ ਉਹ ਆਪਾਂ ਨੂੰ ਫਾਲਸ ਦੇ ਦਿੱਤਾ ਅਤੇ ਰੀਜ਼ਨ ਆਪਾਂ ਨੂੰ ਟਰੂ ਦੇ ਦਿੱਤਾ, ਤਾਂ ਆਪਾਂ ਆਪਸ਼ਨ ਨੰਬਰ ਡੀ ਨੂੰ ਆਪਾਂ ਕੀ ਕਰਦੇ, ਸਿਲੈਕਟ ਕਰਦੇ। ਠੀਕ ਹੈ, ਹੋ ਸਕਦਾ ਹੈ ਕਿ ਆਪਾਂ ਨੂੰ ਦੋਵੇਂ ਹੀ ਟਰੂ ਦੇ ਦਿੰਦੇ, ਤੇ ਜੇਕਰ ਆਪਾਂ ਨੂੰ ਦੋਵੇਂ ਟਰੂ ਦੇ ਦਿੰਦੇ ਤਾਂ ਆਪਾਂ ਇਹ ਚੈੱਕ ਕਰਦੇ ਵੀ ਆਪਾਂ ਨੂੰ ਜੋ ਰੀਜ਼ਨ ਦਿੱਤਾ ਹੈ ਕਿ ਉਹ ਅਸਰਸ਼ਨ ਦੀ ਸਹੀ ਐਕਸਪਲੇਨੇਸ਼ਨ ਹੈਗੀ ਹੈ ਜਾਂ ਫਿਰ ਨਹੀਂ ਹੈਗੀ। ਜੇਕਰ ਉਹ ਸਹੀ ਐਕਸਪਲੇਨੇਸ਼ਨ ਹੈਗੀ ਹੈ ਤਾਂ ਆਪਾਂ ਕਹਾਂਗੇ ਕਿ ਬੋਥ ਏ ਐਂਡ ਆਰ ਕੀ ਨੇ, ਇਹ ਟਰੂ ਨੇ, ਅਤੇ ਜੋ ਆਰ ਹੈ ਉਹ ਕੀ ਕਰੈਕਟ ਐਕਸਪਲੇਨੇਸ਼ਨ ਹੈ ਏ ਦੀ। ਠੀਕ ਹੈ, ਤਾਂ ਉਸ ਵੇਲੇ ਆਪਾਂ ਏ ਆਪਸ਼ਨ ਨੂੰ ਸਿਲੈਕਟ ਕਰ ਲੈਂਦੇ। ਜੇਕਰ ਆਪਾਂ ਨੂੰ ਦੋਵੇਂ ਹੀ ਟਰੂ ਦਿੱਤੇ ਹੁੰਦੇ ਅਤੇ ਆਰ ਜੋ ਹੈ ਇਹ ਸਹੀ ਐਕਸਪਲੇਨੇਸ਼ਨ ਨਾ ਹੁੰਦਾ ਤਾਂ ਆਪਾਂ ਆਪਣਾ ਜੋ ਰਾਈਟ ਆਨਸਰ ਸੀ ਉਹ ਬੀ ਆਪਸ਼ਨ ਲਗਾਉਣਾ ਸੀਗਾ। ਠੀਕ ਹੈ, ਤਾਂ ਇਦਾਂ ਆਪਾਂ ਅਸਰਸ਼ਨ ਐਂਡ ਰੀਜ਼ਨ ਦੇ ਜੋ ਕੁਐਸਚਨ ਹੁੰਦੇ ਇਸ ਨੂੰ ਸੋਲਵ ਕਰਦੇ ਹੁੰਦੇ ਹਾਂ। ਤਾਂ ਰੀਜ਼ਨਿੰਗ ਦੇ ਵਿੱਚ ਵੀ ਇਹ ਕੁਐਸਚਨ ਆਪਣੇ ਤੋਂ ਪੁੱਛੇ ਜਾਂਦੇ। ਤਾਂ ਹੁਣ ਆਪਾਂ ਇਸ ਕੁਐਸਚਨ ਦੇ ਉੱਤੇ ਆਉਣੇ ਆ। ਅਸਰਸ਼ਨ ਆਪਾਂ ਨੂੰ ਦਿੱਤਾ ਹੈ, ਕਹਿੰਦੇ ਕਿ ਐਜੂਕੇਸ਼ਨ ਇਜ਼ ਦੀ ਫੰਡਾਮੈਂਟਲ ਰਾਈਟ ਆਫ ਐਵਰੀ ਚਾਈਲਡ ਬਿਟਵੀਨ ਦੀ ਏਜ ਆਫ 6 ਐਂਡ 14 ਈਅਰ। ਤਾਂ ਇਹ ਬਿਲਕੁਲ ਟਰੂ ਗੱਲ ਹੈ ਜਾਂ ਫਿਰ ਫਾਲਸ ਗੱਲ ਹੈ? ਤਾਂ ਇਹ ਬਿਲਕੁਲ ਟਰੂ ਗੱਲ ਹੈ। ਤਾਂ ਐਜੂਕੇਸ਼ਨ ਜੋ ਹੈ 6 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਤਾਈਂ ਕੀ ਇਹ ਇੱਕ ਫੰਡਾਮੈਂਟਲ ਰਾਈਟ ਹੈ। ਤਾਂ ਇਹ ਸਟੇਟਮੈਂਟ ਟਰੂ ਹੋਊਗੀ। ਤਾਂ ਹੁਣ ਆਪਾਂ ਰੀਜ਼ਨ ਚੈੱਕ ਕਰਦੇ ਹਾਂ ਕਿ ਟਰੂ ਹੈ ਜਾਂ ਫਿਰ ਫਾਲਸ ਹੈ। ਤਾਂ ਆਪਾਂ ਨੂੰ ਇਹਦੇ ਵਿੱਚ ਦਿੱਤਾ ਹੈ, ਕਹਿੰਦੇ ਕਿ 84th ਅਮੈਂਡਮੈਂਟ ਜੋ ਸੀਗੀ ਉਸ ਦੇ ਤਹਿਤ ਰਾਈਟ ਟੂ ਐਜੂਕੇਸ਼ਨ ਜੋ ਹੈ ਇਸ ਨੂੰ ਪ੍ਰੋਵਾਈਡ ਕਰਾਇਆ ਗਿਆ। ਤਾਂ ਕੀ ਇਹ ਟਰੂ ਹੈ? ਤਾਂ ਇਹ ਰੋਂਗ ਹੈ, ਕਿਉਂਕਿ ਆਪਾਂ ਨੂੰ ਜੋ ਰਾਈਟ ਟੂ ਐਜੂਕੇਸ਼ਨ ਪ੍ਰੋਵਾਈਡ ਕਰਾਇਆ ਗਿਆ ਉਹ 86th ਅਮੈਂਡਮੈਂਟ ਦੇ ਤਹਿਤ ਪ੍ਰੋਵਾਈਡ ਕਰਾਇਆ ਗਿਆ ਸੀਗਾ, ਨਾ ਕਿ 84th ਅਮੈਂਡਮੈਂਟ ਦੇ ਤਹਿਤ ਪ੍ਰੋਵਾਈਡ ਕਰਾਇਆ ਗਿਆ। ਠੀਕ ਹੈ, ਤਾਂ ਹੁਣ ਆਪਾਂ ਨੂੰ ਅੱਗੇ ਚੈੱਕ ਕਰਨ ਦੀ ਲੋੜ ਹੀ ਨਹੀਂ ਹੈਗੀ ਕਿ ਇਹ ਸਹੀ ਐਕਸਪਲੇਨੇਸ਼ਨ ਦਿੱਤੀ ਵੀ ਹੈ ਜਾਂ ਫਿਰ ਨਹੀਂ, ਕਿਉਂਕਿ ਆਪਣਾ ਇੱਕ ਕੀ ਹੋਗੀ ਸਟੇਟਮੈਂਟ ਕੀ ਹੋਗੀ, ਰੋਂਗ ਹੋਗੀ। ਤਾਂ ਜਦੋਂ ਵੀ ਆਪਣੀ ਇੱਕ ਸਟੇਟਮੈਂਟ ਰੋਂਗ ਹੋ ਜੇ ਤਾਂ ਆਪਾਂ ਇਹ ਚੈੱਕ ਨਹੀਂ ਕਰਨਾ ਹੁੰਦਾ ਕਿ ਉਹ ਸਹੀ ਐਕਸਪਲੇਨੇਸ਼ਨ ਹੈਗੀ ਹੈ ਜਾਂ ਫਿਰ ਨਹੀਂ ਹੈਗੀ। ਤਾਂ ਇੱਥੇ ਆਪਾਂ ਕੀ ਆਪਣਾ ਆਨਸਰ ਲਗਾ ਦੇਵਾਂਗੇ ਕਿ ਇਹ ਜੋ ਹੈ ਉਹ ਟਰੂ ਹੈ, ਬਟ ਜਿਹੜਾ ਆਰ ਹੈ ਉਹ ਕੀ ਹੈ, ਫਾਲਸ ਹੈ। ਤਾਂ ਆਪਣੀ ਆਪਸ਼ਨ ਨੰਬਰ ਸੀ ਕੀ ਬਣ ਗਿਆ, ਆਪਣਾ ਰਾਈਟ ਆਨਸਰ ਬਣ ਗਿਆ। ਠੀਕ ਹੈ, ਮੰਨ ਲਓ ਵੀ ਇਸੇ ਕੁਐਸਚਨ ਦੇ ਵਿੱਚ ਆਪਾਂ ਨੂੰ 84th ਦੀ ਜਗ੍ਹਾ ਤੇ 86th ਦਿੱਤਾ ਹੁੰਦਾ। ਠੀਕ ਹੈ, ਤਾਂ ਕੀ ਹੋਣਾ ਸੀ, ਆਪਣੀ ਇਹ ਵੀ ਸਟੇਟਮੈਂਟ ਟਰੂ ਹੋ ਜਾਣੀ ਸੀ ਅਤੇ ਆਪਣੀ ਇਹ ਵੀ ਸਟੇਟਮੈਂਟ ਕੀ ਹੋ ਜਾਣੀ ਸੀ, ਟਰੂ ਹੋ ਜਾਣੀ ਸੀ। ਫਿਰ ਆਪਾਂ ਚੈੱਕ ਕਰਦੇ ਕਿ ਆਪਾਂ ਨੂੰ ਜੋ ਅਸਰਸ਼ਨ ਦਿੱਤਾ ਹੈ ਅਤੇ ਜੋ ਆਪਾਂ ਨੂੰ ਰੀਜ਼ਨ ਦਿੱਤਾ ਹੈ ਕਿ ਜੋ ਅਸਰਸ਼ਨ ਦੀ ਐਕਸਪਲੇਨੇਸ਼ਨ ਹੈ ਉਹ ਰੀਜ਼ਨ ਦੇ ਵਿੱਚ ਸਹੀ ਦਿੱਤੀ ਗਈ ਹੈ ਜਾਂ ਫਿਰ ਨਹੀਂ ਦਿੱਤੀ ਗਈ। ਤਾਂ ਇੱਥੇ ਜੋ ਐਕਸਪਲੇਨੇਸ਼ਨ ਹੋਣੀ ਸੀ ਉਹ ਬਿਲਕੁਲ ਸਹੀ ਹੋਣੀ ਸੀਗੀ ਜੇਕਰ ਇੱਥੇ 84 ਦੀ ਜਗ੍ਹਾ ਤੇ 86th ਆ ਜਾਂਦਾ। ਠੀਕ ਹੈ, ਤਾਂ ਉਸ ਵੇਲੇ ਆਪਣਾ ਕੀ ਰਾਈਟ ਆਨਸਰ ਬਣਨਾ ਸੀ, ਤਾਂ ਉਸ ਵੇਲੇ ਆਪਣਾ ਜੋ ਰਾਈਟ ਆਨਸਰ ਬਣਨਾ ਸੀ ਉਹ ਆਪਸ਼ਨ ਨੰਬਰ ਏ ਬਣਨਾ ਸੀ। ਬੋਥ ਏ ਐਂਡ ਆਰ ਇੰਡੀਵਿਜੂਅਲੀ ਟਰੂ, ਨਾਲੇ ਇਹ ਦੋਵੇਂ ਜੋ ਨੇ ਇਹ ਇੰਡੀਵਿਜੂਅਲੀ ਟਰੂ ਨੇ ਅਤੇ ਆਰ ਜੋ ਹੈ ਕਰੈਕਟ ਐਕਸਪਲੇਨੇਸ਼ਨ ਹੋਣੀ ਸੀਗੀ ਏ ਦੀ। ਠੀਕ ਹੈ, ਤਾਂ ਇਦਾਂ ਆਪਾਂ ਇਹ ਕੁਐਸਚਨ ਸੋਲਵ ਕਰਨਾ ਸੀ।
ਤਾਂ ਹੁਣ ਆਪਾਂ ਇਹਦੇ ਨਾਲ ਰਿਲੇਟਡ ਥੋੜਾ ਜਿਹਾ ਹੋਰ ਡਿਸਕਸ ਕਰ ਲੈਂਦੇ ਹਾਂ ਰਾਈਟ ਟੂ ਐਜੂਕੇਸ਼ਨ ਦੇ ਨਾਲ ਰਿਲੇਟਡ। ਤਾਂ ਆਪਾਂ ਜਾਣਦੇ ਹਾਂ ਕਿ ਇਹ ਜੋ ਰਾਈਟ ਟੂ ਐਜੂਕੇਸ਼ਨ ਹੈ 86ਵੀਂ ਅਮੈਂਡਮੈਂਟ ਦੇ ਤਹਿਤ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਅਮੈਂਡ ਕੀਤੀ ਗਈ ਸੀਗੀ ਅਤੇ ਇਸ ਦੇ ਤਹਿਤ ਜੋ 6 ਸਾਲ ਤੋਂ ਲੈ ਕੇ 14 ਸਾਲ ਦੇ ਬੱਚੇ ਨੇ ਉਹਨਾਂ ਲਈ ਜੋ ਐਜੂਕੇਸ਼ਨ ਹੈ ਉਸ ਨੂੰ ਫੰਡਾਮੈਂਟਲ ਰਾਈਟ ਬਣਾ ਦਿੱਤਾ ਗਿਆ ਸੀਗਾ। ਠੀਕ ਹੈ, ਤੇ ਇਹ ਜੋ ਐਕਟ ਸੀਗਾ ਇਹ 2009 ਦੇ ਵਿੱਚ ਆਇਆ ਸੀਗਾ। ਠੀਕ ਹੈ, ਤਾਂ ਐਕਟ ਵੀ ਤੁਸੀਂ ਯਾਦ ਰੱਖਣਾ ਤੇ ਇਹ ਜੋ ਅਮੈਂਡਮੈਂਟ ਹੋਈ ਸੀ ਇਹ ਵੀ ਯਾਦ ਰੱਖਣੀ ਹੈ ਕਿ ਅਮੈਂਡਮੈਂਟ ਕਦੋਂ ਹੋਈ ਸੀ। ਤਾਂ ਅਮੈਂਡਮੈਂਟ 2002 ਦੇ ਵਿੱਚ ਹੋਈ ਸੀਗੀ, ਲੇਕਿਨ ਜੋ ਐਕਟ ਬਣਿਆ ਸੀਗਾ ਉਹ ਤੁਹਾਡਾ 2009 ਦੇ ਵਿੱਚ ਬਣਿਆ ਸੀਗਾ। ਠੀਕ ਹੈ, ਤਾਂ ਤੁਸੀਂ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਕਿਹੜਾ ਆਰਟੀਕਲ ਹੈ ਰਾਈਟ ਟੂ ਐਜੂਕੇਸ਼ਨ ਲਈ, ਤਾਂ ਇਹ ਜੋ ਆਰਟੀਕਲ ਹੈ ਉਹ ਹੈਗਾ ਤੁਹਾਡਾ 21A। ਤੁਸੀਂ ਇਹਨੂੰ ਵੀ ਯਾਦ ਰੱਖਣਾ ਤੇ ਇਹ 21A ਕਿਸ ਸੰਸ਼ੋਧਨ ਦੇ ਤਹਿਤ ਐਡ ਕੀਤਾ ਗਿਆ, ਤਾਂ 86th ਅਮੈਂਡਮੈਂਟ ਆਲਰੇਡੀ ਆਪਾਂ ਪੜ੍ਹ ਚੁੱਕੇ ਹਾਂ, ਇਸ ਦੇ ਤਹਿਤ ਇਸ ਨੂੰ ਐਡ ਕੀਤਾ ਗਿਆ ਸੀਗਾ। ਠੀਕ ਹੈ, ਤੇ ਹੁਣ ਆਪਾਂ ਅਗਲਾ ਕੁਐਸਚਨ ਆਪਾਂ ਵੇਖਦੇ ਹਾਂ। ਤਾਂ ਆਪਾਂ ਨੂੰ ਅਗਲੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਕਹਿੰਦੇ ਕਿ ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਇਨ ਰਿਗਾਰਡ to the protection of children from sexual offences act 2012 which came in force from November 2012। ਤਾਂ ਆਪਾਂ ਨੂੰ ਸਟੇਟਮੈਂਟਾਂ ਦਿੱਤੀਆਂ ਕਿਸ ਚੀਜ਼ ਨਾਲ ਰਿਲੇਟਡ, ਪੋਕਸੋ ਐਕਟ ਦੇ ਨਾਲ ਰਿਲੇਟਡ। ਤਾਂ ਤੁਸੀਂ ਇਸ ਦਾ ਜੋ ਰਾਈਟ ਆਨਸਰ ਬਣਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ। ਤਾਂ ਹੁਣ ਆਪਾਂ ਇਸ ਕੁਐਸਚਨ ਨੂੰ ਵੇਖਦੇ ਹਾਂ ਕਿ ਇਹਦਾ ਕੀ ਰਾਈਟ ਆਨਸਰ ਬਣਦਾ ਹੈ। ਤਾਂ ਇਹ ਜੋ ਆਪਾਂ ਨੂੰ ਸਟੇਟਮੈਂਟਾਂ ਦਿੱਤੀਆਂ ਪੋਕਸੋ ਐਕਟ ਦੇ ਨਾਲ ਰਿਲੇਟਡ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹੀ ਧਿਆਨ ਦੇ ਵਿੱਚ ਰੱਖਣਾ ਕਿ ਜੋ ਪੋਕਸੋ ਐਕਟ ਹੈ ਇਸ ਦੀ ਫੁੱਲ ਫਾਰਮ ਕੀ ਹੈ, ਕਿਉਂਕਿ ਇਹਦੇ ਨਾਲ ਰਿਲੇਟਡ ਕੁਐਸਚਨ PPSC ਦੇ ਵਿੱਚ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ। ਠੀਕ ਹੈ, ਤੇ ਪੋਕਸੋ ਦੀ ਜੋ ਫੁੱਲ ਫਾਰਮ ਹੈ ਉਹ ਹੈ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਅਫੈਂਸਸ ਐਕਟ 2012। ਠੀਕ ਹੈ, ਤੇ ਫੋਰਸ ਦੇ ਵਿੱਚ ਕਦੋਂ ਆਇਆ ਸੀ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਨਵੰਬਰ 2012 ਦੇ ਵਿੱਚ ਇਹ ਫੋਰਸ ਦੇ ਵਿੱਚ ਆਇਆ। ਹੁਣ ਆਪਾਂ ਨੂੰ ਤਿੰਨ ਸਟੇਟਮੈਂਟਾਂ ਦਿੱਤੀਆਂ, ਆਪਾਂ ਚੈੱਕ ਕਰਨੀ ਵੀ ਕਿਹੜੀਆਂ ਸਟੇਟਮੈਂਟ ਆਪਣੀਆਂ ਟਰੂ ਨੇ ਤੇ ਕਿਹੜੀ ਜੋ ਆਪਣੀ ਸਟੇਟਮੈਂਟ ਉਹ ਆਪਣੀ ਫਾਲਸ ਹੈ। ਜਿਵੇਂ ਕਿ ਪਹਿਲੀ ਜੋ ਸਟੇਟਮੈਂਟ ਦਿੱਤੀ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ, ਕਹਿੰਦੇ ਕਿ ਇਟ ਡਿਫਾਈਨਸ ਅ ਚਾਈਲਡ ਔਨ ਅ ਜੈਂਡਰ ਨਿਊਟਰਲ ਬੇਸਿਸ। ਤਾਂ ਕੀ ਜੋ ਪੋਕਸੋ ਐਕਟ ਹੈ ਉਹ ਸਿਰਫ ਬॉय ਚਾਈਲਡ ਲਈ ਹੈ ਜਾਂ ਫਿਰ ਸਿਰਫ ਉਹ ਗਰਲ ਚਾਈਲਡ ਲਈ ਹੈ, ਤਾਂ ਇਦਾਂ ਕੁਝ ਨਹੀਂ ਹੈਗਾ। ਜੋ ਪੋਕਸੋ ਐਕਟ ਹੈ ਉਹ ਦੋਵਾਂ ਲਈ ਹੀ ਹੈ। ਉਹ ਮਤਲਬ ਕਿ ਉਸਨੇ ਬੱਚੇ ਨੂੰ ਇੱਕ ਜੈਂਡਰ ਨਿਊਟਰਲ ਬੇਸਿਸ ਤੇ ਡਿਫਾਈਨ ਕੀਤਾ ਹੈ। ਠੀਕ ਹੈ, ਤਾਂ ਆਪਾਂ ਨੂੰ ਜੋ ਪਹਿਲੀ ਸਟੇਟਮੈਂਟ ਦਿੱਤੀ ਹੈ ਬਿਲਕੁਲ ਠੀਕ ਦਿੱਤੀ ਹੈ। ਤਾਂ ਹੁਣ ਆਪਾਂ ਚੈੱਕ ਕਰਦੇ ਹਾਂ ਵੀ ਆਪਾਂ ਨੂੰ ਜੋ ਸੈਕੰਡ ਸਟੇਟਮੈਂਟ ਦਿੱਤੀ ਹੈ ਕਿ ਇਹ ਸਹੀ ਦਿੱਤੀ ਹੈ ਜਾਂ ਫਿਰ ਗਲਤ ਦਿੱਤੀ ਹੈ। ਤਾਂ ਆਪਾਂ ਨੂੰ ਸੈਕੰਡ ਸਟੇਟਮੈਂਟ ਦੇ ਵਿੱਚ ਦਿੱਤਾ ਹੈ, ਕਹਿੰਦੇ ਕਿ ਐਨੀ ਪਰਸਨ ਬਿਲੋ 16 ਈਅਰ ਆਫ ਏਜ ਇਜ਼ ਡਿਫਾਈਨਡ ਐਜ਼ ਅ ਚਾਈਲਡ ਅਕੋਰਡਿੰਗ ਟੂ ਦੀ ਐਕਟ। ਤਾਂ ਕੀ ਇਸ ਐਕਟ ਦੇ ਅਕੋਰਡਿੰਗ ਹਰ ਜੋ ਪਰਸਨ ਹੈ ਜਿਸ ਦੀ ਉਮਰ 16 ਸਾਲ ਤੋਂ ਘੱਟ ਹੈ ਉਸ ਨੂੰ ਆਪਾਂ ਬੱਚਾ ਕਹਾਂਗੇ। ਤਾਂ ਇਹ ਜੋ ਸਟੇਟਮੈਂਟ ਹੈ ਰੋਂਗ ਹੈ, ਕਿਉਂਕਿ ਇਸ ਐਕਟ ਦੇ ਤਹਿਤ ਜੋ ਬੱਚਾ ਇੱਥੇ ਡਿਫਾਈਨ ਕੀਤਾ ਗਿਆ ਉਹ 18 ਸਾਲ ਤੋਂ ਘੱਟ ਉਮਰ ਦੇ ਪਰਸਨ ਨੂੰ ਡਿਫਾਈਨ ਕੀਤਾ ਗਿਆ। ਠੀਕ ਹੈ, ਤਾਂ ਇਹ ਸਟੇਟਮੈਂਟ ਆਪਣੀ ਕੀ ਹੋਗੀ, ਰੋਂਗ ਹੋਗੀ। ਤਾਂ ਆਪਣਾ ਜੋ ਰਾਈਟ ਆਨਸਰ ਬਣਦਾ ਆਪਾਂ ਇਸ ਸਟੇਟਮੈਂਟ ਦੇ ਨਾਲ ਹੀ ਫਾਈਂਡ ਆਊਟ ਕਰ ਸਕਦੇ ਹਾਂ, ਕਿਉਂਕਿ ਸੈਕੰਡ ਜੋ ਸਟੇਟਮੈਂਟ ਹੈ ਇਸ ਦੇ ਰੋਂਗ ਹੋਣ ਦੇ ਨਾਲ ਕਾਫੀ ਸਾਰੀਆਂ ਜੋ ਆਪਸ਼ਨਾਂ ਨੇ ਉਹ ਐਲੀਮੀਨੇਟ ਹੋ ਜਾਂਦੀਆਂ। ਜਿਵੇਂ ਕਿ ਆਪਣੀ ਪਹਿਲੀ ਆਪਸ਼ਨ ਐਲੀਮੀਨੇਟ ਹੋ ਗਈ ਕਿਉਂਕਿ ਇਹਦੇ ਵਿੱਚ 2 ਨੂੰ 2 ਕਿਹਾ ਗਿਆ, ਦੂਜੀ ਜੋ ਆਪਸ਼ਨ ਹੈ ਇਹ ਵੀ ਐਲੀਮੀਨੇਟ ਹੋ ਗਈ ਤੇ ਚੌਥੀ ਜੋ ਆਪਸ਼ਨ ਹੈ ਇਹ ਵੀ ਐਲੀਮੀਨੇਟ ਹੋ ਗਈ। ਤਾਂ ਆਪਣਾ ਜੋ ਰਾਈਟ ਆਨਸਰ ਬਣਦਾ ਉਹ C ਆਪਸ਼ਨ ਬਣ ਗਿਆ। ਠੀਕ ਹੈ, ਤਾਂ ਇਦਾਂ ਆਪਾਂ ਇਸ ਕੁਐਸਚਨ ਨੂੰ ਚੈੱਕ ਕਰ ਸਕਦੇ ਸੀਗੇ। ਮੈਂ ਪੂਰੀ ਉਮੀਦ ਕਰਦਾ ਕਿ ਤੁਸੀਂ ਵੀ ਇਸ ਦਾ ਜੋ ਰਾਈਟ ਆਨਸਰ ਹੈ ਉਹ C ਆਪਸ਼ਨ ਹੀ ਲਗਾਇਆ ਹੋਊਗਾ। ਹੁਣ ਆਪਾਂ ਇਸ ਦੇ ਬਾਰੇ ਥੋੜਾ ਜਿਹਾ ਪੜ੍ਹ ਲੈਂਦੇ ਹਾਂ। ਤਾਂ ਜੋ ਪੋਕਸੋ ਐਕਟ ਹੈ 2012 ਦੇ ਵਿੱਚ ਆਇਆ ਤੇ ਨਵੰਬਰ 2012 ਦੇ ਵਿੱਚ ਲਾਗੂ ਹੋਇਆ। ਠੀਕ ਹੈ, ਤੇ ਇਹਦੀ ਫੁੱਲ ਫਾਰਮ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਮੈਂ ਪਹਿਲਾਂ ਵੀ ਦੱਸ ਚੁੱਕਿਆ, ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਅਫੈਂਸਸ ਐਕਟ 2012 ਅਤੇ ਇਸ ਦੇ ਅਕੋਰਡਿੰਗ ਜੋ ਬੱਚਾ ਇੱਥੇ ਡਿਫਾਈਨ ਕੀਤਾ ਗਿਆ ਉਹ 18 ਸਾਲ ਤੋਂ ਘੱਟ ਉਮਰ ਦੇ ਪਰਸਨ ਨੂੰ ਡਿਫਾਈਨ ਕੀਤਾ ਗਿਆ। ਠੀਕ ਹੈ, ਤਾਂ ਇਹ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਹੁਣ ਆਪਾਂ ਨੈਕਸਟ ਕੁਐਸਚਨ ਵੇਖਦੇ ਹਾਂ। ਤਾਂ ਨੈਕਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ, ਕਹਿੰਦੇ ਕਿ ਐਟ ਪ੍ਰੈਜ਼ੈਂਟ ਦੀ ਰਾਈਟ ਟੂ ਐਜੂਕੇਸ਼ਨ ਇਨ ਇੰਡੀਆ ਇਜ਼। ਤਾਂ ਰਾਈਟ ਟੂ ਐਜੂਕੇਸ਼ਨ ਜੋ ਹੈ ਭਾਰਤ ਦੇ ਵਿੱਚੋਂ ਕੀ ਹੈ ਐਟ ਪ੍ਰੈਜ਼ੈਂਟ। ਤਾਂ ਆਪਸ਼ਨਾਂ ਦਿੱਤੀਆਂ ਪੋਲੀਟੀਕਲ ਰਾਈਟ ਹੈ, ਲੀਗਲ ਰਾਈਟ ਹੈ, ਫੰਡਾਮੈਂਟਲ ਰਾਈਟ ਹੈ ਜਾਂ ਫਿਰ ਸੋਸ਼ਲ ਰਾਈਟ ਹੈ। ਤਾਂ ਜੇਕਰ ਆਪਾਂ ਐਟ ਪ੍ਰੈਜ਼ੈਂਟ ਗੱਲ ਕਰੀਏ ਤਾਂ ਇਹ ਕੀ ਆਪਣਾ ਫੰਡਾਮੈਂਟਲ ਰਾਈਟ ਹੈ। ਤਾਂ 86ਵੀਂ ਅਮੈਂਡਮੈਂਟ 2002 ਦੇ ਤਹਿਤ ਇਸ ਨੂੰ ਫੰਡਾਮੈਂਟਲ ਰਾਈਟ ਬਣਾ ਦਿੱਤਾ ਗਿਆ ਸੀਗਾ। ਠੀਕ ਹੈ, ਤਾਂ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਆਪਾਂ ਪਹਿਲਾਂ ਵੀ ਇਸ ਬਾਰੇ ਪੜ੍ਹ ਚੁੱਕੇ ਹਾਂ। ਠੀਕ ਹੈ, ਜੇਕਰ ਇਹ 2002 ਤੋਂ ਪਹਿਲਾਂ ਦੀ ਗੱਲ ਕਰਦੇ ਤਾਂ ਉਸ ਵੇਲੇ ਰਾਈਟ ਟੂ ਐਜੂਕੇਸ਼ਨ ਜੋ ਹੈ ਫੰਡਾਮੈਂਟਲ ਰਾਈਟ ਨਹੀਂ ਸੀਗਾ, ਲੇਕਿਨ ਐਟ ਪ੍ਰੈਜ਼ੈਂਟ ਜੋ ਰਾਈਟ ਟੂ ਐਜੂਕੇਸ਼ਨ ਇੱਕ ਫੰਡਾਮੈਂਟਲ ਰਾਈਟ ਹੈ। ਹੁਣ ਆਪਾਂ ਅਗਲਾ ਕੁਐਸਚਨ ਵੇਖਦੇ ਹਾਂ। ਤਾਂ ਅਗਲੇ ਕੁਐਸਚਨ ਦੇ ਵਿੱਚ ਆਪਣੇ ਤੋਂ ਪੁੱਛਿਆ ਗਿਆ, ਕਹਿੰਦੇ ਕਿ ਦੀ ਐਕਟ ਪ੍ਰੋਹਿਬਿਟਿੰਗ ਚਾਈਲਡ ਮੈਰਿਜਸ ਵਾਜ਼ ਪਾਸਡ ਇਨ 1891 ਡਿਊ ਟੂ ਐਫਰਟਸ ਆਫ। ਤਾਂ ਜਿਹੜਾ 1891 ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀਗਾ ਪ੍ਰੋਹਿਬਿਟਿੰਗ ਚਾਈਲਡ ਮੈਰਿਜਸ, ਤਾਂ ਉਹ ਐਕਟ ਕਿਹਨਾਂ ਦੇ ਐਫਰਟਸ ਦੇ ਨਾਲ ਪਾਸ ਹੋਇਆ ਸੀ।
ਤਾਂ ਆਪਸ਼ਨਾਂ ਪੜ੍ਹ ਕੇ ਤੁਸੀਂ ਇਹਦਾ ਜੋ ਰਾਈਟ ਆਨਸਰ ਬਣਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ। ਤਾਂ ਇਹਦਾ ਜੋ ਰਾਈਟ ਆਨਸਰ ਬਣਦਾ ਹੈ ਉਹ ਬਣਦਾ ਤੁਹਾਡਾ ਈਸ਼ਵਰ ਚੰਦਰਾ ਵਿਦਿਆ ਸਾਗਰ ਅਤੇ ਜੋਤੀਬਾ ਫੂਲੇ। ਤਾਂ ਇਹ ਆਪਸ਼ਨ ਕੀ ਬਣਦਾ ਇਸ ਦਾ ਰਾਈਟ ਆਨਸਰ ਬਣਦਾ। ਤਾਂ ਇਹਨਾਂ ਦੇ ਐਫਰਟਸ ਦੇ ਤਹਿਤ ਹੀ ਇਹ ਜੋ ਐਕਟ ਸੀਗਾ ਇਸ ਨੂੰ 1891 ਦੇ ਵਿੱਚ ਪਾਸ ਕੀਤਾ ਗਿਆ ਸੀਗਾ। ਠੀਕ ਹੈ, ਤਾਂ ਨੈਕਸਟ ਕੁਐਸਚਨ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਸਾਡੀ ਜੋ ਪੇਡ ਮੌਕ ਟੈਸਟ ਸੀਰੀਜ਼ ਹੈ ਉਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਜੋ ਐਪ ਹੈ ਉਸ ਨੂੰ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ। ਆਪਣੀ ਜੋ ਐਪ ਦਾ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪ੍ਰੋਵਾਈਡ ਕਰਾਇਆ ਹੋਇਆ ਹੈ। ਡਿਸਕ੍ਰਿਪਸ਼ਨ ਦੇ ਵਿੱਚੋਂ ਜਾ ਕੇ ਵੀ ਤੁਸੀਂ ਜੋ ਐਪ ਹੈ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਪੇਡ ਜੋ ਮੌਕ ਟੈਸਟ ਸੀਰੀਜ਼ ਹੈ ਇਸ ਦੇ ਵਿੱਚ ਜੋ ਸਾਰੇ ਪ੍ਰੀਵੀਅਸ ਈਅਰ ਕੁਐਸਚਨ ਨੇ ਪੀਪੀਐਸਸੀ ਦੇ ਉਹ ਮੈਂ ਕਵਰ ਕੀਤੇ ਨੇ ਤੇ ਇਸ ਤੋਂ ਇਲਾਵਾ 6 ਫੁੱਲੀ ਮੌਕ ਟੈਸਟ ਜਿਹੜੇ ਕਿ ਐਕਸਪਲੇਨਡ ਨੇ ਉਹ ਵੀ ਮੈਂ ਕਵਰ ਕੀਤੇ ਨੇ। ਠੀਕ ਹੈ, ਇਸ ਤੋਂ ਇਲਾਵਾ ਜੋ ਐਕਸਪੈਕਟਡ ਕੁਐਸਚਨ ਨੇ ਉਹ ਵੀ ਸੈਕਸ਼ਨਲ ਵਾਈਜ਼ ਅਤੇ ਟੌਪਿਕ ਵਾਈਜ਼ ਮੈਂ ਇਸ ਮੌਕ ਟੈਸਟ ਸੀਰੀਜ਼ ਦੇ ਵਿੱਚ ਕਵਰ ਕੀਤੇ ਹੋਏ ਨੇ ਅਤੇ ਚਾਰजेस ਬਹੁਤ ਘੱਟ ਰੱਖੇ ਗਏ ਨੇ, ਕੁਆਲਿਟੀ ਬਹੁਤ ਅੱਛੀ ਰੱਖੀ ਗਈ ਹੈ। ਕੁਆਲਿਟੀ ਜੋ ਹੈ ਕੁਐਸਚਨਸ ਦੀ ਉਹ ਤੁਸੀਂ ਇਹਨਾਂ ਕੁਐਸਚਨਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ। ਠੀਕ ਹੈ, ਤਾਂ ਨੈਕਸਟ ਕੁਐਸਚਨ ਆਪਾਂ ਵੇਖਦੇ ਹਾਂ। ਤਾਂ ਨੈਕਸਟ ਕੁਐਸਚਨ ਦੇ ਵਿੱਚ ਆਪਣੇ ਤੋਂ ਪੁੱਛਿਆ ਗਿਆ, ਕਹਿੰਦੇ ਕਿ ਅੰਡਰ ਦੀ ਚਾਈਲਡ ਲੇਬਰ ਐਕਟ 1986 ਇਹ ਚਾਈਲਡ ਇਜ਼ ਵਨ ਹੂ ਹੈਜ਼ ਨੋਟ ਕੰਪਲੀਟਡ ਡੈਸ਼ ਈਅਰਸ। ਤਾਂ ਚਾਈਲਡ ਲੇਬਰ ਐਕਟ ਜੋ 1986 ਦਾ ਸੀਗਾ ਇਸ ਦੇ ਅਕੋਰਡਿੰਗ ਬੱਚਾ ਕਿਸ ਨੂੰ ਕੰਸੀਡਰ ਕੀਤਾ ਜਾਊਗਾ ਜਿਸ ਦੀ ਉਮਰ ਡੈਸ਼ ਈਅਰਸ ਕੰਪਲੀਟ ਨਾ ਕੀਤੀ ਹੋਵੇ। ਠੀਕ ਹੈ, ਮਤਲਬ ਕਿੰਨੇ ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਆਪਾਂ ਉਸ ਨੂੰ ਲੇਬਰ ਐਕਟ 1986 ਦੇ ਅਕੋਰਡਿੰਗ ਬੱਚਾ ਮੰਨਣਾ ਹੈ। ਤਾਂ ਆਪਸ਼ਨਾਂ ਦਿੱਤੀਆਂ 18 ਸਾਲ 16 ਸਾਲ 15 ਸਾਲ 14 ਸਾਲ ਤੇ ਇਹਦਾ ਜੋ ਰਾਈਟ ਆਨਸਰ ਬਣਦਾ ਆਪਣਾ 14 ਸਾਲ। ਠੀਕ ਹੈ, ਤਾਂ 14 ਸਾਲ ਤੋਂ ਘੱਟ ਉਮਰ ਦੇ ਜੋ ਪਰਸਨ ਹੋਊਗਾ ਉਸ ਨੂੰ ਹੀ ਆਪਾਂ ਬੱਚਾ ਮੰਨਾਂਗੇ ਚਾਈਲਡ ਲੇਬਰ ਐਕਟ 1986 ਦੇ ਅਕੋਰਡਿੰਗ। ਤਾਂ ਡੀ ਆਪਸ਼ਨ ਜੋ ਆਪਣਾ फोर्थ ऑप्शन अपना राइट आंसर बनता है। ठीक है, तो अलग अलग जो एक्ट है उन्होंने अकॉर्डिंग अलग अलग बच्चे की उम्र डिफाइन की गई है। जिमें कि माइंस एक्ट 1952 के अकॉर्डिंग जो बच्चा मन्निया जाता है 18 साल तो घट उम्र के परसन को मन्निया जाता है। जुवेनाइल जस्टिस एक्ट 2015 जो है एज के अकॉर्डिंग जो बच्चा मन्निया जाता है 16 साल तो घट उम्र के परसन को मन्निया जाता है। रीसेंटली ये अमेंडमेंट हुई सी तो ये बारे तुसीं जानते ही होंगे, बहुत इंपॉर्टेंट है। तो चाइल्ड लेबर एक्ट 1986 जो है इस के तहत जो बच्चा डिफाइन किया गया 14 साल तो घट उम्र के परसन को किया गया। फैक्ट्रीज एक्ट 1948 के अकॉर्डिंग जो बच्चा डिफाइन किया गया 14 साल तो घट उम्र के परसन को किया गया। मोस्ट इंपॉर्टेंट पोक्सो एक्ट के अकॉर्डिंग जो बच्चा डिफाइन किया गया 18 साल तो घट उम्र के परसन को किया गया। ठीक है, तो 5 ही पॉइंट्स तुसीं ध्यान दे विच रखने ने, बड़े इंपॉर्टेंट ने, एग्जाम दे विच अपने तो पूछे जा सकते हैं। तो नैक्सट क्वेश्चन आप देखते हैं। तो नैक्सट क्वेश्चन अपने तो पूछा गया, तो ये जो क्वेश्चन है पीपीएससी के एग्जाम के पूछा गया सीगा अकाउंटेंट दी पोस्ट सी जिस दे विच क्वेश्चन पूछा गया सीगा। तो ये जो क्वेश्चन है इस दे विच इन्होंने पूछा कहते कि प्रोटैक्शन ऑफ चिल्ड्रन अगेंस्ट सैक्सुअल ऑफेंसिस बिल वाज फॉर्मुलेटेड इनटू एक्ट ऑन। तो ये जो बिल है पोक्सो जो बिल सीगा ये एक्ट कदों बनया, तो ऑप्शन दित्तियां ने 2014 दे विच 2012 दे विच 2011 दे विच 2015 दे विच। तो आपां ऑलरेडी डिस्कस कर चुके हैं। तो ये एक्ट बनया 2012 दे विच। तो राइट आंसर बनता ऑप्शन नंबर 2। तो मैं पूरी उम्मीद करदा कि तुसीं इसदा जो राइट आंसर है 2012 ही लगाया होगा। तो नैक्सट क्वेश्चन आप देखते हैं। तो नैक्सट क्वेश्चन के विच अपने तो फुल फॉर्म पूछी गई है CABE दी। तो ऑप्शन दित्तियां ने सेंट्रल एडवाइजरी ब्यूरो ऑफ एजुकेशन, सैकेंड ऑप्शन दिते है चाइल्ड एडवाइजरी बोर्ड ऑफ एजुकेशन, थर्ड ऑप्शन दिती है सेंट्रल एसोसिएशन बोर्ड ऑफ एजुकेशन, फोर्थ ऑप्शन दिती है सेंट्रल एडवाइजरी बोर्ड ऑफ एजुकेशन। तो यदा जो राइट आंसर बनता वो बनता है ऑप्शन नंबर 4 सेंट्रल एडवाइजरी बोर्ड ऑफ एजुकेशन। ठीक है, तो सेंट्रल एडवाइजरी बोर्ड ऑफ एजुकेशन की है ये ओल्डेस्ट और इंपॉर्टेंट एडवाइजरी बॉडी है भारतीय सरकार दी। ठीक है, किस मामले दे विच? तां एजुकेशन के मामले दे विच। ठीक है, तो इन्नी की चीज़ जो तुसीं ध्यान दे विच रखनी है। तो ये कंसल्टेशन अते एग्जामिन करती है जो भी इशूज़ एजुकेशन के नाल रिलेटेड आउंदे ने। ठीक है, तो ये भी जो चीज़ है तुसीं ध्यान दे विच रख सकते हो। तो नैक्सट क्वेश्चन आप देखते हैं। तो नैक्सट क्वेश्चन दे विच अपने तो पूछा गया कि वैन डिड यूनीसैफ गैट दी नोबल पीस प्राइज़। तो यूनीसैफ बड़ी ही इंपॉर्टेंट ऑर्गेनाइजेशन है तो इस दे नाल रिलेटेड आपां नूं एग्जाम दे विच क्वेश्चन पूछा जा सकता है क्योंकि बच्चों के नाल रिलेटेड एक ऑर्गेनाइजेशन है। तो इहदे बारे आपां पढ़ांगे। तो यूनीसैफ जो है इस नूं नोबल पीस प्राइज़ कदों मिलिया सीगा अपने तो पूछा गया। तो ऑप्शन दिती है ऑप्शन नंबर फर्स्ट 1967 दे विच, ऑप्शन नंबर सैकेंड 1963 दे विच, 1964 दे विच जां फिर 1965 दे विच। तो इहदा जो राइट आंसर बनता है वो बनता है तुहाडा 1965 दे विच, ऑप्शन नंबर 4 राइट आंसर बनता है। ठीक है, तो यूनीसैफ की जो फुल फॉर्म है वो तुहाडी है यूनाइटेड नेशन
ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ। ਠੀਕ ਹੈ, ਤਾਂ ਇਸ ਦਾ ਜੋ ਪਹਿਲਾ ਨਾਮ ਸੀਗਾ ਤੁਹਾਡਾ ਸੀਗਾ ਸਿਰਫ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ। ਬਾਅਦ ਦੇ ਵਿੱਚ ਜਦੋਂ ਇਹ ਯੂਐਨ ਦਾ ਇੱਕ ਪਾਰਟ ਬਣ ਗਿਆ ਤਾਂ ਇਸ ਨੂੰ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ ਬਣਾ ਦਿੱਤਾ ਗਿਆ। ਠੀਕ ਹੈ, ਤਾਂ ਯੂਨੀਸੈਫ ਜੋ ਹੈ ਇਹ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ ਨਾਮ ਤੇ ਬਣਿਆ ਸੀਗਾ 1946 ਦੇ ਵਿੱਚ। ਠੀਕ ਹੈ, ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਤੇ ਇਹਦੇ ਜੋ ਇਸ ਵੇਲੇ ਹੈੱਡਕੁਆਟਰਸ ਨੇ ਉਹ ਨਿਊਯਾਰਕ ਦੇ ਵਿੱਚ ਨੇ ਅਤੇ ਇਹਦੇ ਜੋ ਹੈੱਡ ਨੇ ਇਸ ਵੇਲੇ ਜੋ ਇਹਦੇ ਐਗਜ਼ੈਕਟਿਵ ਡਾਇਰੈਕਟਰ ਨੇ ਉਹ ਨੇ ਹੈਨਰੀਟਾ ਐਚ ਫੋ। ਹੋ ਸਕਦਾ ਹੈ ਕਿ ਮੈਂ ਜੋ ਪ੍ਰੋਨਾਂਸੀਏਸ਼ਨ ਹੈ ਰੋਂਗ ਯੂਜ਼ ਕਰ ਰਿਹਾ ਹੋਵਾਂ, ਲੇਕਿਨ ਤੁਸੀਂ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਹੀ ਰੱਖਣਾ ਹੈ। ਕਾਫੀ ਇੰਪੋਰਟੈਂਟ ਐਗਜ਼ਾਮ ਦੇ ਵਿੱਚ ਆਪਣੇ ਤੋਂ ਪੁੱਛਿਆ ਜਾ ਸਕਦਾ ਹੈ। ਤਾਂ ਇਹ ਜੋ ਆਰਗੇਨਾਈਜੇਸ਼ਨ ਹੈ ਇਸ ਨੂੰ ਕੁਝ ਇੰਪੋਰਟੈਂਟ ਅਵਾਰਡਸ ਮਿਲੇ ਨੇ, ਜਿਵੇਂ ਕਿ ਨੋਬਲ ਪੀਸ ਪ੍ਰਾਈਜ਼ ਇਹਨਾਂ ਨੂੰ 1965 ਦੇ ਵਿੱਚ ਮਿਲਿਆ ਸੀਗਾ। ਇੰਦਰਾ ਗਾਂਧੀ ਪ੍ਰਾਈਜ਼ ਜੋ ਹੈ 1999 ਦੇ ਵਿੱਚ ਮਿਲਿਆ ਸੀਗਾ ਤੇ ਪ੍ਰਿੰਸੈਸ ਆਫ ਆਸਟਰੀਆ ਅਵਾਰਡ ਜੋ ਹੈ 2006 ਦੇ ਵਿੱਚ ਮਿਲਿਆ ਸੀਗਾ। ਠੀਕ ਹੈ, ਤਾਂ ਇਹ ਤਿੰਨੋਂ ਅਵਾਰਡ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਕਿ ਕਦੋਂ ਕਦੋਂ ਇਸ ਆਰਗੇਨਾਈਜੇਸ਼ਨ ਨੂੰ ਮਿਲੇ ਨੇ। ਐਗਜ਼ਾਮ ਦੇ ਵਿੱਚ ਇਹਨਾਂ ਨਾਲ ਰਿਲੇਟਡ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਨੈਕਸਟ ਕੁਐਸਚਨ ਹੈ, ਕਹਿੰਦੇ ਕਿ ਵਿਚ ਅਮੰਗ ਦੀ ਫੋਲੋਇੰਗ ਪਲਾਨਸ ਅਡਾਪਟਡ ਦੀ ਪਾਲਿਸੀ ਫॉर ਦੀ ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ ਇਨ ਇੰਡੀਆ। ਤਾਂ ਐਲੀਮੈਂਟਰੀ ਐਜੂਕੇਸ਼ਨ ਦੀ ਯੂਨੀਵਰਸਲਾਈਜੇਸ਼ਨ ਲਈ ਜੋ ਪਾਲਿਸੀ ਹੈ ਉਸ ਨੂੰ ਅਡਾਪਟ ਕਿਹੜੇ 5 ਈਅਰ ਪਲਾਨ ਦੇ ਵਿੱਚ ਕੀਤਾ ਗਿਆ ਸੀ, ਆਪਣੇ ਤੋਂ ਪੁੱਛਿਆ ਗਿਆ। ਤਾਂ ਆਪਸ਼ਨਾਂ ਨੇ 6th ਪਲਾਨ, 8th ਪਲਾਨ, 9th ਪਲਾਨ ਜਾਂ ਫਿਰ 11th ਪਲਾਨ। ਤਾਂ ਇਹਦਾ ਜੋ ਰਾਈਟ ਆਨਸਰ ਬਣਦਾ ਉਹ ਤੁਹਾਡਾ ਬਣਦਾ ਹੈ 9th ਪਲਾਨ, ਆਪਸ਼ਨ ਨੰਬਰ ਸੀ। ਠੀਕ ਹੈ, ਤਾਂ ਜੋ 9th ਪਲਾਨ ਹੈ ਜੋ ਕਿ 1997 ਤੋਂ ਲੈ ਕੇ 2002 ਤਾਈਂ ਚੱਲਿਆ, ਇਸ ਪਲਾਨ ਦੇ ਵਿੱਚ ਜੋ ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ ਹੈ ਉਸ ਦੀ ਜੋ ਪਾਲਿਸੀ ਹੈ ਉਸ ਨੂੰ ਅਡਾਪਟ ਕੀਤਾ ਗਿਆ। ਠੀਕ ਹੈ, ਤਾਂ ਇਹ ਜੋ ਚੀਜ਼ ਹੈ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਐਗਜ਼ਾਮ ਦੇ ਵਿੱਚ ਇਸ ਨੂੰ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਤੇ ਮੋਸਟ ਇੰਪੋਰਟੈਂਟ ਅਮੈਂਡਮੈਂਟ ਜਿਹੜੀ ਕਿ 2002 ਦੇ ਵਿੱਚ ਹੋਈ 86ਵੀਂ ਅਮੈਂਡਮੈਂਟ ਉਹ ਤੁਸੀਂ ਯਾਦ ਰੱਖਣੀ ਹੀ ਰੱਖਣੀ ਹੈ। ਤਾਂ ਇਹ ਕੁਝ ਕੁਐਸਚਨ ਸੀਗੇ ਜਿਹੜੇ ਕਿ ਆਪਾਂ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਡਿਸਕਸ ਕੀਤੇ ਨੇ। ਤਾਂ ਪਿਛਲੀ ਵੀਡੀਓ ਦੇ ਉੱਤੇ ਜੋ ਆਪਾਂ ਟਾਰਗੇਟ ਰੱਖਿਆ ਸੀਗਾ ਉਹ 100 ਲਾਈਕਸ ਦਾ ਰੱਖਿਆ ਸੀਗਾ ਅਤੇ ਤੁਸੀਂ 24 ਆਵਰਸ ਦੇ ਵਿੱਚ ਹੀ ਇਹ ਜੋ ਟਾਰਗੇਟ ਸੀਗਾ ਇਸ ਨੂੰ ਕੰਪਲੀਟ ਕਰ ਦਿੱਤਾ ਸੀਗਾ। ਤਾਂ ਮੈਂ ਤੁਹਾਡਾ ਸਭ ਦਾ ਸ਼ੁਕਰੀਆ ਕਰਨਾ ਚਾਹੁੰਦਾ। ਤੇ ਹੁਣ ਇਸ ਵੀਡੀਓ ਦੇ ਉੱਤੇ ਜੋ ਆਪਾਂ ਟਾਰਗੇਟ ਰੱਖਦੇ ਹਾਂ ਉਹ 150 ਲਾਈਕਸ ਦਾ ਰੱਖਦੇ ਹਾਂ। ਤਾਂ ਜੇਕਰ ਮੈਨੂੰ ਇਸ ਵੀਡੀਓ ਦੇ ਉੱਤੇ 150 ਲਾਈਕਸ ਆਉਂਦੇ ਨੇ ਤਾਂ ਮੈਂ ਨੈਕਸਟ ਵੀਡੀਓ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਗਾ। ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਲੱਗ-ਅਲੱਗ ਗਰੁੱਪਾਂ ਦੇ ਵਿੱਚ। ਤੇ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।